प्यारे बच्चों, अज के इस सैशन विच मैं आप सब लई समाजिक विज्ञान के भूगोल भाग के नाल संबंधित धरातल टॉपिक बारे कुछ जानकारियां साझियां करन आया हाँ। मैं हाँ तुहाडा दविंदर शर्मा अध्यापक जिला कपूरथला तो चलो शुरू करते हाँ बच्चों। भारत के धरातल संबंधी कुछ अहम जानकारियां। बच्चों, जिवें कि आपां पिछले सैशन विच ये पढ़ चुके हाँ कि साडे देश का धरातल एकसार नहीं है। उत्तर दिशा विच हिमालय पर्वत इस नूं एशिया तो वखरा भूभाग बना दिंदा है। गंगा ब्रह्मपुत्र दे विशाल मैदान इस नूं अनाज प्रदान करते हैं अते प्रायद्वीपी पठार कुदरती खनिजां दा भंडार है। संसार दीआं वड्डियां नदियां झीलां अते तीन पासे समुंदर भारत नूं उप महादीप का दर्जा प्रदान करते हैं। भारत के धरातल नूं मुख तौर ते 5 भागां दे विच वंडिया जा सकता है। किहड़े-किहड़े वो 5 भाग हैं? चलो बच्चों आपां देखते हाँ। इन्हां विचों 2 भाग आपां पहलां पढ़ चुके हाँ। सब तो पहला है हिमालय पर्वतीय खेत्र, उस तो बाद है उत्तरी विशाल मैदान। अते बच्चों ये 2 भाग आपां पिछले सैशन विच पढ़ चुके हाँ। अज असीं पढ़ना है प्रायद्वीपी पठार का खेत्र, तट दे मैदान अते भारती द्वीप। सो बच्चों चलो आपां शुरू करते हाँ प्रायद्वीपी पठार के खेत्र तो। प्रायद्वीपी पठार का खेत्र लो बच्चों, असी की देखते हाँ कि यह पठारी भाग उत्तरी विशाल मैदानां दे दक्षिण वल फैलिया होया त्रिकोण आकार का पुरातन भूभाग है, जिस दा शिखर बिंदु कन्याकुमारी ते बनदा है। इस दी रचना प्राचीन समय दियां गोंडवाना लैंड वालियां सखत ते रवेदार चट्टानां द्वारा कीती गई है। इस दे आधार वाले भाग नूं दक्षिण वल हिंद महासागर, पूरब वल बंगाल दी खाड़ी अते पश्चिम विच अरब सागर लगदे हन। ਤਿੰਨੋਂ ਪਾਸੇ ਸਮੁੰਦਰ ਲੱਗਣ ਕਾਰਨ ਇਹ ਇੱਕ ਤ੍ਰਿਭੁਜ ਦੇ ਆਕਾਰ ਦੇ ਥਲ ਖੰਡ ਨੂੰ ਪ੍ਰਾਇਦੀਪ ਵੀ ਕਿਹਾ ਜਾਂਦਾ ਹੈ। ਇਸ ਪਠਾਰੀ ਖੇਤਰ ਦੇ ਸਾਰੇ ਪਾਸੇ ਪੱਧਰੇ ਮੈਦਾਨ ਮਿਲਣ ਕਰਕੇ ਸਥਿਤੀ ਦੇ ਆਧਾਰ ਤੇ ਇਹ ਇੱਕ ਮਹਾਦੀਪ ਪਠਾਰ ਵੀ ਬਣ ਜਾਂਦਾ ਹੈ। ਇਸ ਤੋਂ ਅੱਗੇ ਬੱਚਿਓ ਉੱਤਰ ਪੱਛਮ ਵਿੱਚ ਅਰਾਵਲੀ ਸ਼੍ਰੇਣੀ ਤੋਂ ਲੈ ਕੇ उत्तर पूरब विच शिलांग दे पठार तक अते दक्षिण वल कन्याकुमारी तक वधे हुए इस त्रिकोणी शक्ल वाले कठोर भूखंड ने देश दे कुल जमीनी खेत्र का लगभग 50% हिस्सा घेरिया होया है। इस दा कुल खेत्रफल 16 लाख वर्ग किलोमीटर है अते इस दी औसत उचाई 600 तो लैके 900 मीटर तक है। ਹੁਣ ਅਸੀਂ ਇਸ ਦੀ ਧਰਾਤਲੀ ਰਚਨਾ ਦੀ ਗੱਲ ਕਰਦੇ ਹਾਂ, ਜਿਸ ਵਿੱਚ ਅਸੀਂ ਸਭ ਤੋਂ ਪਹਿਲਾਂ ਇਸ ਦੇ ਜਨਮ ਬਾਰੇ ਗੱਲ ਕਰਦੇ ਹਾਂ। ਸਾਰੇ ਪ੍ਰਾਇਦੀਪੀ ਪਠਾਰ ਦਾ ਜਨਮ ਹਿਮਾਲਿਆ ਦੇ ਜਨਮ ਤੋਂ ਪਹਿਲਾਂ ਪ੍ਰੀ ਕੈਂਬਰੀਅਨ ਦੇ ਸਮੇਂ, ਜੋ ਕਿ ਅੱਜ ਤੋਂ ਲਗਭਗ ਕੋਈ 50 ਕਰੋੜ ਸਾਲ ਪਹਿਲਾਂ ਸੀ, ਲਾਵੇ ਦੇ ਸ਼ਾਂਤਮਈ ਬਹਾਵ ਨਾਲ ਹੋਇਆ ਸੀ, जो कि लगभग 7 करोड़ साल पहला टरशरी युग के समय पृथ्वी दियां अंदरूनी हलचलों के कारण भारत के दक्षिणी भागों वल आके जुड़ गया सी। हुण बच्चों आपां इस दी बनतर बारे पढ़ते हाँ। ये पठार पुरातन अग्नि चट्टानां दी बनी हुई है। इस विच मिलण वालियां उच्चियां पहाड़ियां ਅਤੇ ਪਠਾਰੀ ਭਾਗਾਂ ਵਿੱਚ ਨੀਸ, ਕੁਆਟਰਸ, ਸੰਗਮਰਮਰ ਜਿਹੀਆਂ ਕਠੋਰ ਚਟਾਨਾਂ ਮਿਲਦੀਆਂ ਹਨ। ਇਹ ਪਹਾੜੀ ਹਿੱਸੇ ਕਰੋੜਾਂ ਸਾਲ ਦੇ ਦੌਰਾਨ ਹੋਏ ਅਪਰਦਨ ਦੇ ਕਾਰਨ ਨੀਵੀਂ ਅਤੇ ਕਸੀ ਹੋਈ ਹਾਲਤ ਵਿੱਚ ਮਿਲਦੇ ਹਨ। ਇਸ ਤੋਂ ਇਲਾਵਾ ਤਿੱਬਤ ਦੀ ਪਠਾਰ ਵੱਲੋਂ ਦਬਾਅ ਆਉਣ ਦੇ ਕਾਰਨ ਵੀ ਇਸ ਵਿੱਚ ਟੁੱਟ ਭੱਜ ਅਤੇ ਲੰਮੀਆਂ ਦਰਾੜਾਂ ਵੀ ਬਣੀਆਂ ਹੋਈਆਂ ਹਨ। ਇਸ ਦੀ ਵੰਡ ਵਿੱਚ ਇਹ ਪਠਾਰ ਇੱਕਸਾਰ ਨਹੀਂ ਹੈ, ਬਲਕਿ ਇਸ ਦੇ ਧਰਾਤਲ ਵਿੱਚ ਕੁਝ ਕਿਲੋਮੀਟਰਾਂ ਦੇ ਫਰਕ ਤੇ ਹੀ ਉਚਾਈ, ਢਾਲ ਤੇ ਕਟਾਅ ਵਿੱਚ
ਭਿੰਨਤਾ ਮਿਲਦੀ ਹੈ। ਇਸ ਕਰਕੇ ਸਤਪੁੜਾ ਦੀਆਂ ਪੂਰਬ ਪੱਛਮੀ ਦਿਸ਼ਾ ਵੱਲ ਫੈਲੀਆਂ ਸ਼੍ਰੇਣੀਆਂ ਤੇ ਜ਼ਮੀਨ ਦੀ ਢਾਲ ਨੂੰ ਆਧਾਰ ਮੰਨਦੇ ਹੋਏ ਇਸ ਪ੍ਰਾਇਦੀਪੀ ਭਾਗ ਨੂੰ ਵੱਡੇ ਤੌਰ ਤੇ ਅਜਿਹੇ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ, ਜਿਸ ਦੇ ਉੱਤਰੀ ਭਾਗ ਦੀ ਢਾਲ ਉੱਤਰ ਜਾਂ ਪੂਰਬ ਵੱਲ ਅਤੇ ਦੱਖਣੀ ਪਾਸੇ ਵਾਲੇ ਦੀ ਢਾਲ ਦੱਖਣ ਪੂਰਬ ਵੱਲ ਹੈ। ਉੱਤਰੀ ਹਿੱਸੇ ਨੂੰ ਮਾਲਵੇ ਦੀ ਪਠਾਰ ਅਤੇ ਦੱਖਣੀ ਹਿੱਸੇ ਨੂੰ ਦੱਖਣ ਦੀ ਪਠਾਰ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਬੱਚਿਓ ਹੁਣ ਅਸੀਂ ਮਾਲਵੇ ਦੇ ਪਠਾਰ ਦੀ ਗੱਲ ਕਰਦੇ ਹਾਂ। ਪੱਛਮ ਵਿੱਚ ਅਰਾਵਲੀ ਪਰਬਤ, ਉੱਤਰ ਵਿੱਚ ਬੁੰਦੇਲਖੰਡ ਤੇ ਬਗੇਲਖੰਡ, ਪੂਰਬ ਵੱਲ ਛੋਟਾ ਨਾਗਪੁਰ, ਰਾਜ ਮਹਿਲ ਦੀਆਂ ਪਹਾੜੀਆਂ ਤੇ ਸ਼ਿਲਾਂਗ ਦੀ ਪਠਾਰ ਤੱਕ ਅਤੇ ਦੱਖਣ ਵੱਲ ਸਤਪੁੜਾ ਦੀਆਂ ਪਹਾੜੀਆਂ ਤੱਕ ਘਿਰਿਆ ਹੋਇਆ ਤ੍ਰਿਭੁਜ ਆਕਾਰ ਦਾ ਇਹ ਭੂ-ਭਾਗ ਮਾਲਵੇ ਦੀ ਪਠਾਰ ਵੀ ਅਖਵਾਉਂਦਾ ਹੈ, ਜਿਸ ਦਾ ਸਿਖਰ ਬਿੰਦੂ ਸ਼ੀਲਾਂ ਦੀ ਪਠਾਰ ਤੇ ਹੈ। ਇਸ ਪਠਾਰ ਦੀ ਉੱਤਰੀ ਸੀਮਾ ਅਵਤਲ ਚਾਪ ਆਕਾਰ ਦੀ ਹੈ। ਇਸ ਦੀ ਉੱਤਰੀ ਭਾਗ ਦੀ ਢਾਲ ਉੱਤਰ ਵੱਲ ਹੈ, ਜਿਸ ਵਿੱਚ ਬਨਾਸ, ਚੰਬਲ, ਸੋਨ ਤੇ ਬੇਤਵਾ ਜਿਹੀਆਂ ਨਦੀਆਂ ਨੇ ਧਰਾਤਲ ਨੂੰ ਡੂੰਘੀਆਂ ਤੰਗ ਘਾਟੀਆਂ ਤੇ ਖੱਡਿਆਂ ਵਿੱਚ ਬਦਲ ਦਿੱਤਾ ਹੈ। ਇਸ ਪਠਾਰ ਦੇ ਪੂਰਬ ਵਿੱਚ ਛੋਟਾ ਨਾਗਪੁਰ ਦੀ ਪਠਾਰ ਹੈ। ਕੁਦਰਤੀ ਖਣਿਜ ਪਦਾਰਥਾਂ ਨਾਲ ਭਰਪੂਰ ਤੇ ਕੱਟੀ ਵੱਡੀ ਲਾਵੇ ਦੀ ਇਸ ਪਠਾਰ ਵਿੱਚੋਂ ਹਜ਼ਾਰੀਬਾਗ, ਗਿਆ ਅਤੇ ਰਾਂਚੀ ਦੀਆਂ ਪਠਾਰਾਂ ਵੀ ਸ਼ਾਮਲ ਹੋ ਜਾਂਦੀਆਂ ਹਨ। ਇਸ ਦੀ ਉਚਾਈ 900 ਮੀਟਰ ਹੈ। ਪਾਰਸਨਾਥ ਜੋ ਕਿ 1365 ਮੀਟਰ ਹੈ ਅਤੇ ਨੇਤਰ ਹਾਟਪਾਟ ਜੋ ਕਿ 1119 ਮੀਟਰ ਹੈ, ਇੱਥੋਂ ਦੀਆਂ ਉੱਚੀਆਂ ਚੋਟੀਆਂ ਹਨ। ਇਸ ਦੇ ਨਾਲ ਲੱਗਦੀਆਂ ਰਾਜ ਮਹਲ ਦੀਆਂ ਪਹਾੜੀਆਂ ਅਤੇ ਸ਼ਿਲਾਂਗ ਦੀ ਪਠਾਰ ਦੇ ਦਰਮਿਆਨ ਬਣੇ ਖਲਾਅ ਵਿੱਚ ਜਲੌੜ ਭਰ ਜਾਣ ਕਰਕੇ 100 ਮੀਟਰ ਤੱਕ ਉੱਚਾ ਦੱਖਣ ਪੂਰਬੀ ਢਾਲ ਵਾਲਾ ਮੈਦਾਨੀ ਧਰਾਤਲ ਬਣ ਗਿਆ ਹੈ। ਇਸ ਮਾਲਵੇ ਦੀ ਪਠਾਰ ਦੀਆਂ 3 ਵੱਡੀਆਂ ਪਰਬਤ ਸ਼੍ਰੇਣੀਆਂ ਹਨ, ਜੋ ਕਿ ਇਸ ਤਰ੍ਹਾਂ ਹਨ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਅਰਾਵਲੀ ਪਰਬਤ ਸ਼੍ਰੇਣੀ ਦੀ, ਉਸ ਤੋਂ ਬਾਅਦ ਬੱਚਿਓ ਵਿੰਧਿਆਚਲ ਪਰਬਤ ਸ਼੍ਰੇਣੀ ਦੀ ਅਤੇ ਅਖੀਰ ਵਿੱਚ ਸਤਪੁਰਾ ਦੀਆਂ ਪਹਾੜੀਆਂ ਦੀ। ਸੋ ਸਭ ਤੋਂ ਪਹਿਲਾਂ ਆਪਾਂ ਅਰਾਵਲੀ ਪਰਬਤ ਸ਼੍ਰੇਣੀ ਤੇ ਚੱਲਦੇ ਹਾਂ ਅਤੇ ਕੀ ਦੇਖਦੇ ਹਾਂ, ਤੁਸੀਂ ਤਸਵੀਰ ਵਿੱਚ ਦੇਖ ਸਕਦੇ ਹੋ। ਇਹ ਹੈ ਅਰਾਵਲੀ ਪਰਬਤ ਸ਼੍ਰੇਣੀ। ਦਿੱਲੀ ਤੋਂ ਗੁਜਰਾਤ ਤੱਕ 725 ਕਿਲੋਮੀਟਰ ਦੀ ਲੰਬਾਈ ਵਿੱਚ ਦੱਖਣ ਪੱਛਮੀ ਦਿਸ਼ਾ ਵਿੱਚ ਫੈਲੀਆਂ ਹੋਈਆਂ ਸਮਾਨਾਂਤਰ ਪਹਾੜੀਆਂ ਦੇ ਬਚੇ ਖੁਚੇ ਹਿੱਸੇ ਹਨ, ਜਿਨ੍ਹਾਂ ਵਿੱਚ ਮਾਊਂਟ ਆਬੂ ਦੀ ਗੁਰੂ ਸ਼ਿਖਰ ਚੋਟੀ 1722 ਮੀਟਰ ਸਭ ਤੋਂ ਉੱਚੀ ਚੋਟੀ ਹੈ। ਸੋ ਬੱਚਿਓ, ਇੱਥੇ ਨੋਟ ਕਰਨ ਵਾਲੀ ਜੋ ਗੱਲ ਹੈ ਉਹ ਇਹ ਹੈ ਕਿ ਇਸ ਪਰਬਤ ਸ਼੍ਰੇਣੀ ਦੀ ਸਭ ਤੋਂ ਉੱਚੀ ਚੋਟੀ ਗੁਰੂ ਸ਼ਿਖਰ ਹੈ, ਜਿਹੜੀ ਕਿ 1722 ਮੀਟਰ ਉੱਚੀ ਹੈ। ਇਸ ਤੋਂ ਬਾਅਦ ਬੱਚਿਓ ਆਪਾਂ ਅੱਗੇ ਵਧਦੇ ਹਾਂ। ਹੁਣ ਅਸੀਂ ਵਿੰਧਿਆਚਲ ਪਰਬਤੀ ਸ਼੍ਰੇਣੀਆਂ ਦੀ ਗੱਲ ਕਰਦੇ ਹਾਂ। ਵਿੰਧਿਆਚਲ ਪਰਬਤੀ ਸ਼੍ਰੇਣੀਆਂ ਦੀ ਦੱਖਣੀ ਢਲਾਨਾਂ ਤੇ ਅਸਲ ਵਿੱਚ ਮਾਲਵੇ ਦੀ ਪਠਾਰ ਦੀ ਕਗਾਰੀ ਸੀਮਾ ਬਣਦੀ ਹੈ, ਜਿਸ ਦੇ ਹੇਠਾਂ ਬਣੀ ਰਿਫਟ ਘਾਟੀ ਵਿੱਚ ਨਰਮਦਾ ਨਦੀ ਪੱਛਮ ਵੱਲ ਵਹਿੰਦੀ ਹੈ। ਇਹਨਾਂ ਪਰਬਤ ਸ਼੍ਰੇਣੀਆਂ ਦਾ ਪੱਛਮੀ ਭਾਗ ਲਾਵੇ ਦਾ ਬਣਿਆ ਹੋਇਆ ਹੈ। ਪੂਰਬੀ ਲਾਵਾਰਿਤ ਭਾਗ ਕੈਮੂਰ ਅਤੇ ਪਨਰੇਰ ਦੀਆਂ ਸ਼੍ਰੇਣੀਆਂ ਅਖਵਾਉਂਦੇ ਹਨ। ਹੁਣ ਬੱਚਿਓ, ਲਾਵੇ ਦੀਆਂ 7 ਤਰ੍ਹਾਂ ਦੀਆਂ ਬਣੀਆਂ ਹੋਈਆਂ ਸਤਪੁੜਾ ਦੀਆਂ ਪਹਾੜੀਆਂ ਦੀ ਆਪਾਂ ਗੱਲ ਕਰਦੇ ਹਾਂ। ਨਰਮਦਾ ਨਦੀ ਦੇ ਦੱਖਣੀ ਕੰਢੇ ਨਾਲ ਪੂਰਬ ਵਿੱਚ ਸਥਿਤ ਮਹਾਦੇਵ ਅਤੇ ਮੈਕਾਲ ਪਹਾੜੀਆਂ ਦੇ ਸਹਾਰੇ ਝਾਰਖੰਡ ਦੀ ਛੋਟਾ ਨਾਗਪੁਰ ਦੀ ਪਠਾਰ ਤੇ ਜਾ ਪਹੁੰਚਦੀਆਂ ਹਨ। ਇਨ੍ਹਾਂ ਪਹਾੜੀਆਂ ਵਿੱਚ ਪੰਚਮਣੀ ਦੇ ਕੋਲ ਧੂਮਗੜ੍ਹ ਜੋ ਕਿ 1350 ਮੀਟਰ ਹੈ
ਅਤੇ ਅਮਰਕੰਟਕ ਜੋ ਕਿ 1127 ਮੀਟਰ ਉੱਚੀਆਂ ਚੋਟੀਆਂ ਹਨ। ਸਤਪੁੜਾ ਪਹਾੜੀ ਸ਼੍ਰੇਣੀ ਦੀ ਲੰਬਾਈ 1120 ਕਿਲੋਮੀਟਰ ਹੈ। ਇਸ ਦੇ ਪੱਛਮੀ ਭਾਗ ਨੂੰ ਰਾਜ ਪਿਪਲਾ ਪਹਾੜੀਆਂ ਅਤੇ ਪੂਰਬੀ ਭਾਗ ਨੂੰ ਅਮਰਕੰਟਕ ਦੀ ਪਠਾਰ ਕਹਿੰਦੇ ਹਨ। ਪੂਰਬੀ ਭਾਗਾਂ ਵਿੱਚੋਂ ਨਿਕਲਣ ਵਾਲੀ ਤਾਪਤੀ ਨਦੀ ਦੀ ਰਿਫਟ ਘਾਟੀ ਵਿੱਚ ਪੱਛਮ ਵੱਲ ਵਹਿ ਕੇ ਬਿਨਾਂ ਡੈਲਟੇ ਤੋਂ ਇਹ ਅਰਬ ਸਾਗਰ ਵਿੱਚ ਜਾ ਡਿੱਗਦੀ ਹੈ। ਪੱਛਮੀ ਘਾਟਾਂ ਵਿੱਚ ਮਿਲਣ ਵਾਲੀਆਂ ਉੱਚੀਆਂ ਚੋਟੀਆਂ। ਸੋ ਬੱਚਿਓ, ਹੁਣ ਅਸੀਂ ਪੱਛਮੀ ਘਾਟ ਦੇ ਵਿੱਚ ਮਿਲਣ ਵਾਲੀਆਂ ਬਹੁਤ ਹੀ ਇੰਪੋਰਟੈਂਟ ਉੱਚੀਆਂ ਚੋਟੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਲਓ ਬੱਚਿਓ, ਮਾਲਾ ਜੋ ਕਿ 2339 ਮੀਟਰ ਉੱਚੀ ਹੈ। ਕੁਦਰੇਮੁਖ ਇਹ 1894 ਮੀਟਰ ਉੱਚੀ ਹੈ। ਪੁਸ਼ਪਾਗਿਰੀ 1714 ਮੀਟਰ। ਕਾਲਸੁਬਾਏ 1646 ਮੀਟਰ। ਸੱਲਾਰ 1567 ਮੀਟਰ। ਮਹਾਬਲੇਸ਼ਵਰ ਜੋ ਕਿ 1438 ਮੀਟਰ ਅਤੇ ਹਰੀਸ਼ ਚੰਦਰਗੜ੍ਹ ਜੋ ਕਿ 1424 ਮੀਟਰ ਹੈ। ਇਹ ਪੱਛਮੀ ਘਾਟਾਂ ਵਿੱਚ ਮਿਲਣ ਵਾਲੀਆਂ ਕੁਝ ਮਹੱਤਵਪੂਰਨ ਉੱਚੀਆਂ ਚੋਟੀਆਂ ਹਨ। ਇਸ ਤੋਂ ਬਾਅਦ ਬੱਚਿਓ, ਹੁਣ ਅਸੀਂ ਅੱਗੇ ਚੱਲਦੇ ਹਾਂ। ਇੱਥੇ ਅਸੀਂ ਦੱਖਣੀ ਪਹਾੜੀ ਸਮੂਹ ਦੀ ਗੱਲ ਕਰਾਂਗੇ। ਦੱਖਣ ਦੀ ਪਠਾਰ ਦੇ ਉੱਤਰੀ ਭਾਗਾਂ ਤੋਂ ਪੱਛਮੀ ਤੇ ਪੂਰਬੀ ਘਾਟਾਂ ਦੀਆਂ ਪਹਾੜੀਆਂ ਧੁਰ ਦੱਖਣ ਵਿੱਚ ਜਿਸ ਸਥਾਨ ਤੇ ਆ ਕੇ ਮਿਲ ਜਾਂਦੀਆਂ ਹਨ, ਉਸ ਸਥਾਨ ਨੂੰ ਦੱਖਣੀ ਪਹਾੜੀਆਂ ਜਾਂ ਨੀਲਗਿਰੀ ਦੀਆਂ ਪਹਾੜੀਆਂ ਵੀ ਕਿਹਾ ਜਾਂਦਾ ਹੈ। ਸੋ ਬੱਚਿਓ, ਇਸ ਤੱਥ ਨੂੰ ਨੋਟ ਕਰਨਾ ਹੈ। ਨੀਲਗਿਰੀ ਦੀਆਂ ਪਹਾੜੀਆਂ ਨੂੰ ਨੀਲੇ ਪਰਬਤ ਵੀ ਕਹਿੰਦੇ ਹਨ। ਇਹਨਾਂ ਦੀ ਔਸਤ ਉਚਾਈ 1220 ਮੀਟਰ ਹੈ। ਇਹਨਾਂ ਪਹਾੜੀਆਂ ਤੇ ਵੱਖ-ਵੱਖ ਦਿਸ਼ਾਵਾਂ ਤੋਂ 3 ਪਰਬਤੀ ਲੜੀਆਂ ਦੇ ਆ ਕੇ ਜੁੜਨ ਕਰਕੇ ਇੱਕ 2695 ਮੀਟਰ ਉੱਚੀ ਅਨਾਇਮਦੀ ਪਰਬਤੀ ਗੰਢ ਦਾ ਨਿਰਮਾਣ ਹੁੰਦਾ ਹੈ, ਜਿਸ ਵਿੱਚ ਦੱਖਣ ਤੋਂ ਕਾਰਡਮਮ ਜਾਂ ਇਲਾਚੀ, ਉੱਤਰ ਤੋਂ ਅਨਾਇਮਲਾਏ ਤੇ ਉੱਤਰ ਪੂਰਬ ਤੋਂ ਪਲਨੀ ਪਹਾੜੀ ਸ਼੍ਰੇਣੀਆਂ ਮਿਲਦੀਆਂ ਹਨ। ਇਸ ਪੂਰੇ ਪਹਾੜੀ ਸਮੂਹ ਵਿੱਚ ਦੋਦਾ ਬੇਟਾ ਜੋ ਕਿ 2637 ਮੀਟਰ ਉੱਚਾ ਹੈ ਅਤੇ ਮਕਰੂਤੀ ਜੋ ਕਿ 2554 ਮੀਟਰ ਉੱਚੀ ਹੈ, ਚੋਟੀਆਂ ਮਿਲਦੀਆਂ ਹਨ। ਇੱਥੇ ਦੋਦਾ ਬੇਟਾ ਤੇ ਉਟਾਕਮੰਡ ਅਤੇ ਪਲਨੀ ਪਹਾੜੀਆਂ ਤੇ ਕੋਡਾਇਨਾਲ ਜੋ ਹੈ ਜੋ ਕਿ 2195 ਮੀਟਰ ਉੱਚੀ ਹੈ। ਇਹ ਜਿਹੜੀਆਂ ਸਿਹਤਵਰਧਕ ਸਥਾਨ ਹਨ, ਇਹ ਪਰਬਤ ਸਿਹਤਵਰਧਕ ਸਥਾਨ ਹਨ। ਸੋ ਬੱਚਿਓ, ਇਹ ਵੀ ਨੋਟ ਕਰਨਾ ਹੈ ਕਿ ਦੋਦਾ ਬੇਟਾ ਤੇ ਉਟਾਕਮੰਡ ਅਤੇ ਪਲਨੀ ਪਹਾੜੀਆਂ ਤੇ ਕੋਡਾ ਇਨਾਲ ਜੋ ਹੈ ਜਗ੍ਹਾ ਹੈ, ਇਹ ਪਰਬਤੀ ਸਿਹਤਵਰਧਕ ਸਥਾਨ ਹਨ। ਹੁਣ ਬੱਚਿਓ, ਅਸੀਂ ਅੱਗੇ ਜਾ ਕੇ ਤੱਟ ਦੇ ਮੈਦਾਨਾਂ ਬਾਰੇ ਪੜ੍ਹਦੇ ਹਾਂ। ਧਰਾਤਲ ਵਿੱਚ ਇਹ 4 ਨੰਬਰ ਤੇ ਆਉਂਦੇ ਹਨ। ਤੱਟ ਦੇ ਮੈਦਾਨ ਪ੍ਰਾਇਦੀਪੀ ਪਠਾਰ ਨੂੰ 3 ਪਾਸੇ ਤੋਂ ਗੁਜਰਾਤ ਦੇ ਕੱਛ ਖੇਤਰ ਤੋਂ ਲੈ ਕੇ ਕੰਨਿਆ ਕੁਮਾਰੀ ਰਾਹੀਂ ਮਹਾਨਦੀ ਦੇ ਡੈਲਟੇ ਤੱਕ ਸਮੁੰਦਰੀ ਤੱਟ ਦੇ ਨਾਲ-ਨਾਲ ਇੱਕ ਲੰਬੇ ਅਤੇ ਨੀਵੇਂ ਮੈਦਾਨਾਂ ਨੇ ਘੇਰਿਆ ਹੋਇਆ ਹੈ। ਇਨ੍ਹਾਂ ਮੈਦਾਨਾਂ ਦਾ ਜਨਮ ਸਮੁੰਦਰ ਜਾਂ ਨਦੀਆਂ ਦੀਆਂ ਨਿਖੇਪ ਕਿਰਿਆਵਾਂ ਅਤੇ ਸਮੁੰਦਰੀ ਤੱਟਾਂ ਦੇ ਉੱਚੇ ਉੱਠਣ ਜਾਂ ਧੱਸਣ ਦੁਆਰਾ ਹੋਇਆ ਹੈ। ਪ੍ਰਾਇਦੀਪੀ ਪਠਾਰ ਦੇ ਪੂਰਬੀ ਅਤੇ ਪੱਛਮੀ ਕਿਨਾਰਿਆਂ ਤੇ ਬਣੇ ਹੋਏ ਤੱਟਵਰਤੀ ਮੈਦਾਨਾਂ ਵਿੱਚ ਕਾਫੀ ਭਿੰਨਤਾ ਮਿਲਦੀ ਹੈ। ਪੱਛਮੀ ਮੈਦਾਨ ਪੂਰਬੀ ਮੈਦਾਨਾਂ ਦੇ ਮੁਕਾਬਲੇ ਵਿੱਚ ਘੱਟ ਚੌੜੇ, ਜ਼ਿਆਦਾ ਸਿੱਲੇ, ਤੰਗ ਖਾੜੀਆਂ, ਸੁੰਦਰ ਲੈਗੂਨ, ਝੀਲਾਂ, ਦਲਦਲ ਖੇਤਰ ਅਤੇ ਸਮਾਨਾਂਤਰ ਭਿੱਤੀਆਂ ਵਾਲੇ ਹਨ। ਇਸ ਪ੍ਰਕਾਰ ਸਥਿਤੀ ਦੇ ਆਧਾਰ ਤੇ ਦੇਸ਼ ਦੇ ਤੱਟਵਰਤੀ ਮੈਦਾਨਾਂ ਨੂੰ ਅਸੀਂ 2 ਭਾਗਾਂ ਵਿੱਚ ਵੰਡ ਸਕਦੇ ਹਾਂ। ਚਲੋ ਬੱਚਿਓ, ਉਹਨਾਂ ਦੋਨਾਂ ਭਾਗਾਂ ਨੂੰ ਅਸੀਂ ਦੇਖੀਏ। ਪਹਿਲਾ ਹੈ ਪੱਛਮ ਦੇ ਤੱਟ ਦੇ ਮੈਦਾਨ ਜਾਂ ਪੱਛਮੀ ਤੱਟ ਦੇ ਮੈਦਾਨ। ਸੋ ਚਲੋ ਦੇਖਦੇ ਹਾਂ ਕਿਹੜੇ ਹਨ ਉਹ 2 ਖੰਡ। ਪਹਿਲਾ ਹੈ ਪੱਛਮੀ ਤੱਟ ਦੇ ਮੈਦਾਨ, ਦੂਸਰਾ ਹੈ ਪੂਰਬੀ ਤੱਟ ਦੇ ਮੈਦਾਨ। ਲੋ ਬੱਚਿਓ,
ਪੱਛਮੀ ਤੱਟ ਦੇ ਮੈਦਾਨਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਕੀ ਦੇਖਦੇ ਹਾਂ ਕਿ ਅਰਬ ਸਾਗਰ ਅਤੇ ਪੱਛਮੀ ਘਾਟ ਦੇ ਵਿਚਕਾਰ ਉੱਤਰ ਤੋਂ ਦੱਖਣ ਵੱਲ ਲਗਭਗ 1500 ਕਿਲੋਮੀਟਰ ਦੀ ਲੰਬਾਈ ਅਤੇ 30 ਤੋਂ ਲੈ ਕੇ 80 ਕਿਲੋਮੀਟਰ ਦੀ ਚੌੜਾਈ ਵਿੱਚ ਫੈਲੇ ਹੋਏ ਤੰਗ ਅਤੇ ਪੱਧਰੇ ਮੈਦਾਨਾਂ ਨੂੰ ਪੱਛਮੀ ਤੱਟ ਦੇ ਮੈਦਾਨ ਕਿਹਾ ਜਾਂਦਾ ਹੈ। ਇਸ ਦੀ ਢਲਾਨ ਦੱਖਣ ਅਤੇ ਦੱਖਣ ਪੱਛਮ ਵੱਲ ਹੈ। ਇਹਨਾਂ ਮੈਦਾਨਾਂ ਨੂੰ ਧਰਾਤਲੀ ਵਿਸ਼ੇਸ਼ਤਾਵਾਂ ਦੇ ਆਧਾਰ ਤੇ 4 ਹਿੱਸੇ ਹਨ, ਉਹਨਾਂ ਵਿੱਚ ਵੰਡਿਆ ਜਾ ਸਕਦਾ ਹੈ। ਕਿਹੜੇ-ਕਿਹੜੇ 4 ਹਿੱਸੇ ਹਨ ਬੱਚਿਓ? ਉਹ ਲਓ ਜੀ, ਗੁਜਰਾਤ ਦਾ ਤੱਟਵਰਤੀ ਮੈਦਾਨ, ਦੂਸਰਾ ਕੋਂਕਣ ਦਾ ਤੱਟਵਰਤੀ ਮੈਦਾਨ, ਤੀਸਰਾ ਹੈ ਕੇਰਲਾ ਦੇ ਤੱਟਵਰਤੀ ਮੈਦਾਨ ਅਤੇ ਚੌਥਾ ਹੈ ਮਾਲਾਬਾਰ ਤੱਟਵਰਤੀ ਮੈਦਾਨ। ਸੋ ਬੱਚਿਓ, ਹੁਣ ਅਸੀਂ ਗੁਜਰਾਤ ਦੇ ਤੱਟਵਰਤੀ ਮੈਦਾਨ ਦੀ ਗੱਲ ਕਰਦੇ ਹਾਂ। ਇਹ ਤੱਟਵਰਤੀ ਮੈਦਾਨੀ ਹਿੱਸਾ ਪੱਛਮੀ ਤੱਟ ਦੇ ਉੱਤਰ ਵਿੱਚ ਸਥਿਤ ਹੈ, ਜਿਸ ਵਿੱਚ ਸਾਬਰਮਤੀ, ਮਾਹੀ, ਲੂਨੀ, ਬਾਨਸ, ਨਰਮਦਾ ਅਤੇ ਤਾਪਤੀ ਆਦਿ ਨਦੀਆਂ ਨੇ ਤਲਛਟ ਦੇ ਜਮਾ ਨਾਲ ਕਸ਼ਪੇ ਕਾਠਿਆਵਾੜ ਦੇ ਪ੍ਰਾਇਦੀਪੀ ਮੈਦਾਨ ਅਤੇ ਸੌਰਾਸ਼ਟਰ ਦੇ ਲੰਮੇ ਮੈਦਾਨਾਂ ਦਾ ਨਿਰਮਾਣ ਕੀਤਾ ਹੈ। ਕੱਛ ਦੀ ਖਾੜੀ ਦਾ ਖੇਤਰ ਅਜੇ ਵੀ ਦਲਦਲੀ ਅਤੇ ਸਮੁੰਦਰ ਤਲ ਤੋਂ ਨੀਵਾਂ ਹੈ। ਕਾਠਿਆਵਾੜ ਦੇ ਪ੍ਰਾਇਦੀਪੀ ਭਾਗ ਵਿੱਚ ਲਾਵੇ ਵਾਲੀ ਗੀਰ ਪਹਾੜੀ ਸ਼੍ਰੇਣੀ ਵੀ ਮਿਲਦੀ ਹੈ, ਜਿੱਥੇ ਕਿ ਗਿਰਨਾਰ ਪਹਾੜੀਆਂ ਵਿੱਚ ਗੋਰਖਨਾਥ ਚੋਟੀ, ਜੋ ਕਿ 1117 ਮੀਟਰ ਉੱਚੀ ਹੈ, ਤੋਂ ਵੀ ਵੱਧ ਹੈ। ਗੁਜਰਾਤ ਦਾ ਇਹ ਤੱਟਵਰਤੀ ਮੈਦਾਨ 400 ਕਿਲੋਮੀਟਰ ਲੰਮਾ, 200 ਕਿਲੋਮੀਟਰ ਚੌੜਾ ਅਤੇ 300 ਮੀਟਰ ਉੱਚਾ ਹੈ। ਪਰ ਸੌਰਾਸ਼ਟਰ ਵਿੱਚ ਦਮਨਦੀਓ ਤੱਕ ਆਉਂਦੇ ਹੋਏ ਇਹਨਾਂ ਦੀ ਚੌੜਾਈ ਘਟ ਕੇ 80 ਕਿਲੋਮੀਟਰ ਅਤੇ ਉਚਾਈ 150 ਮੀਟਰ ਤੱਕ ਰਹਿ ਜਾਂਦੀ ਹੈ। ਨੰਬਰ 2 ਬੱਚਿਓ, ਕੋਂਕਣ ਤੱਟਵਰਤੀ ਮੈਦਾਨ। ਦਮਨ ਤੋਂ ਲੈ ਕੇ ਗੋਆ ਤੱਕ ਦਾ ਮੈਦਾਨ ਕੋਂਕਣ ਤੱਟ ਅਖਵਾਉਂਦਾ ਹੈ, ਜਿਸ ਵਿੱਚ ਜ਼ਿਆਦਾਤਰ ਤੱਟਵਰਤੀ ਭਾਗਾਂ ਦੇ ਧੱਸਣ ਦੀ ਕਿਰਿਆ ਮਿਲਦੀ ਹੈ। ਇਸ ਕਰਕੇ ਇਸ 500 ਕਿਲੋਮੀਟਰ ਲੰਬੀ ਮੈਦਾਨੀ ਪੱਟੀ ਦੀ ਚੌੜਾਈ 50 ਤੋਂ ਲੈ ਕੇ 80 ਕਿਲੋਮੀਟਰ ਤੱਕ ਰਹਿ ਜਾਂਦੀ ਹੈ। ਇਹ ਮੈਦਾਨੀ ਹਿੱਸੇ ਵਿੱਚ ਤੀਬਰ ਸਮੁੰਦਰੀ ਲਹਿਰਾਂ ਦੁਆਰਾ ਤੰਗ ਖਾੜੀਆਂ, ਅੰਦਰੂਨੀ ਕਟਾਅ ਅਤੇ ਸਮੁੰਦਰੀ ਰੇਤ ਦੇ ਬੀਚ ਆਦਿ ਦੇ ਭੂ ਆਕਾਰ ਮਿਲਦੇ ਹਨ। ਥਾਣਾ ਦੀ ਤੰਗ ਖਾੜੀ ਵਿੱਚ ਮਸ਼ਹੂਰ ਮੁੰਬਈ ਦੀਪ ਵੀ ਸਥਿਤ ਹੈ। ਇਸ ਤੋਂ ਇਲਾਵਾ ਇਸ ਤਟੀ ਖੇਤਰ ਵਿੱਚ ਵੀ ਬਹੁਤ ਹੀ ਛੋਟੀਆਂ ਅਤੇ ਤਿੱਖੀ ਢਾਲ ਵਾਲੀਆਂ ਵੈਤਰਨਾ ਤੇ ਉਲਹਾਸ 2 ਨਦੀ ਘਾਟੀਆਂ ਵੀ ਹਨ। ਇਸ ਤੋਂ ਬਾਅਦ ਬੱਚਿਓ, ਹੁਣ ਅਸੀਂ ਮਾਲਾਬਾਰ ਤੱਟ ਦੇ ਮੈਦਾਨ ਦੀ ਗੱਲ ਕਰਦੇ ਹਾਂ। ਗੋਆ ਤੋਂ ਲੈ ਕੇ ਮੰਗਲੁਰੂ ਤੱਕ ਦਾ ਲਗਭਗ 225 ਕਿਲੋਮੀਟਰ ਲੰਬਾ ਅਤੇ 24 ਕਿਲੋਮੀਟਰ ਚੌੜਾ ਮੈਦਾਨ ਮਾਲਾਬਾਰ ਤੱਟ ਦਾ ਮੈਦਾਨ ਜਾਂ ਕਰਨਾਟਕਾ ਦਾ ਤੱਟਵਰਤੀ ਮੈਦਾਨ ਅਖਵਾਉਂਦਾ ਹੈ, ਜੋ ਕਿ ਉੱਤਰ ਵੱਲ ਤੰਗ ਅਤੇ ਦੱਖਣ ਵੱਲ ਚੌੜਾ ਹੈ। ਭਾਵੇਂ ਕਈ ਥਾਵਾਂ ਤੇ ਇਸ ਦਾ ਵਿਸਤਾਰ ਕੰਨਿਆ ਕੁਮਾਰੀ ਤੱਕ ਵੀ ਮੰਨਿਆ ਜਾਂਦਾ ਹੈ, ਇਸ ਮੈਦਾਨ ਵਿੱਚ ਮਰਮਾਓ, ਮਾਂਡਵੀ ਤੇ ਸ਼ਰਾਵਤੀ ਨਦੀਆਂ ਦੇ ਸਮੁੰਦਰੀ ਪਾਣੀ ਅੰਦਰ ਡੁੱਬੇ ਹੋਏ ਮੁਹਾਨੇ ਮਿਲਦੇ ਹਨ। ਹੁਣ ਅਸੀਂ ਬੱਚਿਓ ਕੇਰਲ ਦੇ ਤੱਟਵਰਤੀ ਮੈਦਾਨ ਦੀ ਗੱਲ ਕਰਦੇ ਹਾਂ। ਮੰਗਲੁਰੂ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ 500 ਕਿਲੋਮੀਟਰ ਲੰਮੇ, 100 ਕਿਲੋਮੀਟਰ ਚੌੜੇ ਅਤੇ 30 ਮੀਟਰ ਤੱਕ ਉੱਚੇ ਮੈਦਾਨ ਨੂੰ ਕੇਰਲ ਦਾ ਮੈਦਾਨ ਕਿਹਾ ਜਾਂਦਾ ਹੈ। ਇਸ ਵਿੱਚ ਬਹੁਤ ਸਾਰੀਆਂ ਝੀਲਾਂ ਅਤੇ ਤੱਟ ਤੋਂ ਹਟ ਕੇ ਸਮਾਨਾਂਤਰ ਦਿੱਤੀਆਂ ਦੁਆਰਾ ਧਰਾਤਲ ਦਾ ਪਾਣੀ ਰੋਕ ਲਿਆ ਜਾਂਦਾ ਹੈ, ਜਿਸ ਨੂੰ ਕਾਇਲ ਕਿਹਾ ਜਾਂਦਾ ਹੈ। ਇੱਥੋਂ ਦੀਆਂ ਵੈਮਾਨਦ ਅਸ਼ਟਾਮੁਦੀ ਝੀਲਾਂ ਬਹੁਤ ਵੱਡੇ ਖੇਤਰ ਵਿੱਚ ਫੈਲੀਆਂ ਹੋਣ ਕਾਰਨ ਕਿਸ਼ਤੀਆਂ ਚਲਾਉਣ ਦੇ ਵੀ ਯੋਗ ਹਨ। ਹੁਣ ਬੱਚਿਓ, ਅਸੀਂ ਪੂਰਬੀ ਤੱਟ ਦੇ ਮੈਦਾਨਾਂ ਦੀ ਗੱਲ ਕਰਦੇ ਹਾਂ। ਇਨ੍ਹਾਂ ਤੱਟਵਰਤੀ ਮੈਦਾਨਾਂ ਦੇ ਪੂਰਬ ਵਿੱਚ ਬੰਗਾਲ ਦੀ ਖਾੜੀ ਅਤੇ ਪੱਛਮ ਵਿੱਚ ਪੂਰਬੀ ਘਾਟ ਹਨ। ਇਹ ਉੱਤਰ ਵਿੱਚ ਸੁਵਰਨ ਰੇਖਾ ਨਦੀ ਦੇ ਡੈਲਟੇ ਤੋਂ ਲੈ ਕੇ ਦੱਖਣ ਵਿੱਚ ਕੰਨਿਆ ਕੁਮਾਰੀ ਤੱਕ ਲਗਭਗ
2000 ਕਿਲੋਮੀਟਰ ਦੀ ਲੰਬਾਈ ਵਿੱਚ ਫੈਲੇ ਹੋਏ ਹਨ। ਇਹਨਾਂ ਦੀ ਔਸਤ ਚੌੜਾਈ 150 ਕਿਲੋਮੀਟਰ ਅਤੇ ਉਚਾਈ ਲਗਭਗ 100 ਮੀਟਰ ਹੈ। ਪੱਛਮੀ ਮੈਦਾਨਾਂ ਦੇ ਮੁਕਾਬਲੇ ਵਿੱਚ ਇਹ ਮੈਦਾਨ ਵੱਧ ਚੌੜੇ, ਵੱਧ ਉੱਚੇ, ਖੁਸ਼ਕ ਡੈਲਟਾਈ ਜਲੋਟ ਮਿੱਟੀਆਂ ਵਾਲੇ ਤੇ ਵੱਡੀਆਂ ਲੈਗੂਨ ਝੀਲਾਂ ਵਾਲੇ ਹਨ। ਸਥਿਤੀ ਦੇ ਅਨੁਸਾਰ ਇਹਨਾਂ ਪੂਰਬੀ ਤਟਵਰਤੀ ਮੈਦਾਨਾਂ ਨੂੰ ਵੀ ਦੋ ਉਪਭਾਗਾਂ ਵਿੱਚ ਅਸੀਂ ਵੰਡ ਸਕਦੇ ਹਾਂ। ਸੋ ਬੱਚਿਓ, ਉਹ ਕਿਹੜੇ-ਕਿਹੜੇ ਹਨ? ਉੱਤਰੀ ਤਟਵਰਤੀ ਮੈਦਾਨ ਅਤੇ ਦੱਖਣੀ ਤਟਵਰਤੀ ਮੈਦਾਨ। ਸੋ ਹੁਣ ਅਸੀਂ ਉੱਤਰੀ ਤਟਵਰਤੀ ਮੈਦਾਨਾਂ ਦੀ ਗੱਲ ਕਰਦੇ ਹਾਂ। ਇਸ ਮੈਦਾਨ ਦਾ ਵਿਸਤਾਰ 16 ਡਿਗਰੀ ਉੱਤਰ ਵਿਤਕਾਰ ਦੇ ਨੇੜੇ ਕ੍ਰਿਸ਼ਨਾ ਦੇ ਮੁਹਾਨੇ ਤੋਂ ਲੈ ਕੇ ਸੁਬਰਨ ਰੇਖਾ ਨਦੀ ਦੇ ਮੁਹਾਨੇ ਤੱਕ ਹੈ। ਇਹ ਲਗਭਗ 1100 ਕਿਲੋਮੀਟਰ ਲੰਬਾ ਅਤੇ 120 ਕਿਲੋਮੀਟਰ ਚੌੜਾ ਮੈਦਾਨ ਹੈ। ਇਸ ਮੈਦਾਨ ਨੂੰ ਗੋਲਕੁੰਡਾ, ਉੱਤਰੀ ਸਰਕਾਰ ਅਤੇ ਕੋਕੁਨਾਦਾ ਦੇ ਤਟਵਰਤੀ ਮੈਦਾਨ ਵੀ ਕਿਹਾ ਜਾਂਦਾ ਹੈ। ਉੜੀਸਾ ਦੇ ਤੱਟ ਦੇ ਨਾਲ ਲੱਗਦੇ ਮਹਾਨਦੀ ਦੇ ਡੈਲਟਾਈ ਮੈਦਾਨਾਂ ਨੂੰ ਉੜੀਸਾ ਦੇ ਮੈਦਾਨ ਜਾਂ ਉਤਕਲ ਤਟੀ ਮੈਦਾਨ ਵੀ ਕਹਿੰਦੇ ਹਨ। ਇਸ ਮੈਦਾਨੀ ਹਿੱਸੇ ਵਿੱਚ ਸੁਬਰਨ ਰੇਖਾ, ਮਹਾਨਦੀ, ਇੰਦਰਾਵਤੀ, ਗੋਦਾਵਰੀ ਅਤੇ ਕ੍ਰਿਸ਼ਨਾ, ਇਹ ਜਿਹੜੀਆਂ ਨਦੀਆਂ ਹਨ, ਦੱਖਣ ਦੀ ਪਠਾਰ ਤੋਂ ਮਿੱਟੀ ਲਿਆ ਕੇ ਵਿਛਾਈ ਗਈ ਹੈ, ਜਿਸ ਨਾਲ ਘੱਟ ਉਚਾਈ ਵਾਲੇ ਚੌੜੇ ਡੈਲਟਾਈ ਭਾਗ ਬਣੇ ਹੋਏ ਹਨ। ਇਨ੍ਹਾਂ ਡੈਲਟਾਈ ਭਾਗਾਂ ਤੋਂ ਇਲਾਵਾ ਇਸ ਮੈਦਾਨ ਵਿੱਚ ਦੋ ਵੱਡੀਆਂ ਝੀਲਾਂ ਵੀ ਮਿਲਦੀਆਂ ਹਨ। ਸੋ ਬੱਚਿਓ, ਇਹ ਨੋਟ ਕਰਨਾ ਹੈ, ਚਿਲਕਾ ਝੀਲ ਜੋ ਕਿ 70 ਕਿਲੋਮੀਟਰ ਲੰਬੀ ਹੈ, ਜਿਸ ਵਿੱਚ ਦੋ ਭਾਰਗਵੀ ਤੇ ਦਇਆ ਨਦੀ ਘਾਟੀਆਂ ਆ ਕੇ ਮਿਲਦੀਆਂ ਹੈ। ਦੂਸਰੀ ਵੱਡੀ ਝੀਲ ਦਾ ਨਾਂ ਕੋਲੇਰੂ ਕ੍ਰਿਸ਼ਨਾ ਅਤੇ ਗੋਦਾਵਰੀ ਦੇ ਡੈਲਟਿਆਂ ਦੇ ਵਿਚਕਾਰ ਸਥਿਤ ਹੈ। ਸੋ ਬੱਚਿਓ, ਇੱਥੇ ਦੋ ਝੀਲਾਂ ਮਿਲਦੀਆਂ ਹਨ। ਇੱਕ ਦਾ ਨਾਂ ਚਿਲਕਾ ਝੀਲ ਹੈ ਅਤੇ ਦੂਸਰੀ ਝੀਲ ਦਾ ਨਾਂ ਕੋਲੇਰੂ ਹੈ। ਹੁਣ ਬੱਚਿਓ, ਅਸੀਂ ਅੱਗੇ ਵਧਦੇ ਹਾਂ ਅਤੇ ਦੱਖਣੀ ਤਟਵਰਤੀ ਮੈਦਾਨਾਂ ਦੀ ਗੱਲ ਕਰਦੇ ਹਾਂ। ਕ੍ਰਿਸ਼ਨਾ ਨਦੀ ਦੇ ਡੈਲਟੇ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਲਗਭਗ 900 ਕਿਲੋਮੀਟਰ ਲੰਬੇ ਇਸ ਮੈਦਾਨੀ ਹਿੱਸੇ ਨੂੰ ਕੋਰੋਮੰਡਲ ਤੱਟ ਵੀ ਕਿਹਾ ਜਾਂਦਾ ਹੈ। ਇਹ ਮੈਦਾਨ ਉੱਤਰੀ ਮੈਦਾਨਾਂ ਤੋਂ ਵੱਧ ਚੌੜੇ ਹਨ ਅਤੇ ਕਈ ਸਥਾਨਾਂ ਤੇ ਇਹਨਾਂ ਦੀ ਚੌੜਾਈ 150 ਕਿਲੋਮੀਟਰ ਤੋਂ ਵੀ ਵੱਧ ਹੋ ਜਾਂਦੀ ਹੈ। ਇਸ ਮੈਦਾਨ ਵਿੱਚ ਕ੍ਰਿਸ਼ਨਾ, ਪੈਨਾਰ, ਕਵੇਰੀ ਅਤੇ ਵਾਇਗਾਈ ਨਦੀਆਂ ਨੇ ਦੱਖਣੀ ਪਹਾੜੀ ਸਮੂਹ ਵਿੱਚੋਂ ਮਿੱਟੀ ਲਿਆ ਕੇ ਚੌੜੇ ਤੇ ਉਪਜਾਊ ਡੈਲਟਿਆਂ ਦਾ ਨਿਰਮਾਣ ਕੀਤਾ ਹੈ। ਇਸ ਮੈਦਾਨ ਵਿੱਚ ਪੁਲੀਕਟ ਝੀਲ ਅਤੇ ਕਵੇਰੀ ਦਾ ਡੈਲਟਾ ਦੇ ਜੋ ਮੁੱਖ ਧਰਾਤਲੀ ਵਿਸ਼ੇਸ਼ਤਾਵਾਂ ਹਨ। ਹੁਣ ਬੱਚਿਓ, ਧਰਾਤਲ ਦੇ ਜੋ ਲਾਸਟ ਪੁਆਇੰਟ ਹੈ ਉਸ ਦੀ ਗੱਲ ਕਰਦੇ ਹਾਂ। ਅਸੀਂ ਹੁਣ ਭਾਰਤੀ ਦੀਪਾਂ ਦੀ ਗੱਲ ਕਰਦੇ ਹਾਂ। ਸੋ ਮੁੱਖ ਧਰਾਤਲ ਤੋਂ ਇਲਾਵਾ ਭਾਰਤੀ ਗਣਰਾਜ ਦਾ ਕੰਟਰੋਲ ਸਮੁੰਦਰ ਵਿਚਲੇ ਟਾਪੂਆਂ, ਜਿਸ ਨੂੰ ਅਸੀਂ ਦੀਪ ਵੀ ਕਹਿੰਦੇ ਹਾਂ, ਤੱਕ ਹੈ। ਭਾਰਤ ਦੇ ਟਾਪੂਆਂ ਦੀ ਕੁੱਲ ਸੰਖਿਆ 250 ਦੇ ਕਰੀਬ ਹੈ। ਸਥਿਤੀ ਦੇ ਆਧਾਰ ਤੇ ਬੱਚਿਓ, ਅਸੀਂ ਇਹਨਾਂ ਦੀਪਾਂ ਨੂੰ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ। ਇੱਕ ਹੈ ਤੱਟ ਤੋਂ ਦੂਰ ਦੇ ਟਾਪੂ, ਦੂਸਰਾ ਹੈ ਤੱਟ ਦੇ ਨੇੜੇ ਦੇ ਟਾਪੂ। ਸੋ ਹੁਣ ਅਸੀਂ ਤੱਟ ਤੋਂ ਦੂਰ ਦੇ ਟਾਪੂਆਂ ਦੀ ਗੱਲ ਕਰਦੇ ਹਾਂ। ਲਓ ਬੱਚਿਓ, ਤੱਟ ਤੋਂ ਦੂਰ ਦੇ ਟਾਪੂ, ਅਜਿਹੇ ਟਾਪੂਆਂ ਦੀ ਸੰਖਿਆ 230 ਦੇ ਕਰੀਬ ਹੈ, ਜੋ ਕਿ ਵੱਡੇ ਸਮੂਹਾਂ ਵਿੱਚ ਮਿਲਦੇ ਹਨ। ਸਮੁੰਦਰੀ ਖੇਤਰ ਦੇ ਆਧਾਰ ਤੇ ਵੀ ਇਹਨਾਂ ਨੂੰ ਦੋ ਭਾਗਾਂ ਦੇ ਵਿੱਚ ਅਸੀਂ ਵੰਡ ਸਕਦੇ ਹਾਂ। ਇੱਕ ਅਰਬ ਸਾਗਰ ਦੇ ਦੀਪ ਸਮੂਹ ਤੇ ਦੂਸਰਾ ਬੰਗਾਲ ਦੀ ਖਾੜੀ ਦੇ ਦੀਪ ਸਮੂਹ। ਸੋ ਬੱਚਿਓ, ਅਰਬ ਸਾਗਰ ਦੇ ਦੀਪ ਸਮੂਹਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਦੱਖਣੀ ਪੂਰਬੀ ਅਰਬ ਸਾਗਰ ਵਿੱਚ ਪ੍ਰਵਾਲ ਪਿੱਤੀਆਂ ਦੇ ਜਮਾਂ ਨਾਲ ਬਣੇ ਇਹਨਾਂ ਦੀਪਾਂ ਨੂੰ ਲਕਸ਼ਦੀਪ ਵੀ ਕਿਹਾ ਜਾਂਦਾ ਹੈ। ਇਹਨਾਂ ਦੀ ਕੁੱਲ ਸੰਖਿਆ 25 ਹੈ ਅਤੇ ਇਸ ਦੀਪ ਸਮੂਹ ਦੇ 3 ਵੱਡੇ ਹਿੱਸੇ ਹਨ। ਉੱਤਰੀ ਹਿੱਸੇ ਵਾਲੇ ਟਾਪੂਆਂ ਦੇ ਨਾਂ ਅਮੀਨ ਦੀਵੀ, ਮੱਧਵਰਤੀ ਦੀਪਾਂ ਨੂੰ ਲਦੀਪ ਅਤੇ ਦੱਖਣੀ ਹਿੱਸੇ ਨੂੰ ਮਿਨੀਕੋਆਈ ਕਹਿੰਦੇ ਹਨ। ਹੁਣ ਅਸੀਂ ਬੱਚਿਓ ਬੰਗਾਲ ਦੀ ਖਾੜੀ ਦੇ ਦੀਪਾਂ ਦੀ ਗੱਲ ਕਰਦੇ ਹਾਂ। ਇਹਨਾਂ ਦੀਪਾਂ ਦੀ 350 ਕਿਲੋਮੀਟਰ ਲੰਬੀ ਲੜੀ ਬੰਗਾਲ ਦੀ ਖਾੜੀ ਦੇ ਪੂਰਬ ਵੱਲ ਉੱਤਰ ਦੱਖਣ ਦਿਸ਼ਾ ਵਿੱਚ ਫੈਲੀ ਹੋਈ ਹੈ। ਇਹਨਾਂ 200 ਦੇ ਲਗਭਗ ਦੀਪਾਂ ਵਿੱਚੋਂ
ਕੁਝ ਦੀਪ ਡੁੱਬੀਆਂ ਹੋਈਆਂ ਪਹਾੜੀਆਂ ਦੀਆਂ ਚੋਟੀਆਂ ਤੇ ਉੱਚੇ ਉੱਠੇ ਭਾਗ ਹਨ ਅਤੇ ਕੁਝ ਦਾ ਜਨਮ ਜਵਾਲਾਮੁਖੀ ਲਾਵੇ ਦੇ ਕਾਰਨ ਹੈ। ਇਨ੍ਹਾਂ ਦੀਪਾਂ ਦੇ ਵੀ 3 ਵੱਡੇ ਹਿੱਸੇ ਹਨ। ਕਿਹੜੇ ਹਨ? ਅੰਡੇਮਾਨ ਦੀਪ ਸਮੂਹ, ਨਿਕੋਬਾਰ ਅਤੇ ਹੋਰ ਦੂਸਰੇ ਨਾਲ ਲੱਗਦੇ ਦੀਪ। ਸੋ ਬੱਚਿਓ, ਜਦੋਂ ਅਸੀਂ ਅੰਡੇਮਾਨ ਦੀਪ ਸਮੂਹ ਦੀ ਗੱਲ ਕਰਦੇ ਹਾਂ ਤਾਂ ਇਕੱਲੇ ਅੰਡੇਮਾਨ ਗਰੁੱਪ ਵਿੱਚ ਜਿਹੜੇ ਲਗਭਗ 120 ਦੀਪ ਸਥਿਤ ਹਨ ਅਤੇ ਇਹਨਾਂ ਦੇ ਦੱਖਣ ਵੱਲ 10 ਡਿਗਰੀ ਚੈਨਲ ਤੋਂ ਬਾਅਦ ਨਿਕੋਬਾਰ ਗਰੁੱਪ ਵਿੱਚ ਕੇਵਲ 18 ਦੀਪ ਹਨ, ਜਿਨ੍ਹਾਂ ਵਿੱਚ ਗ੍ਰੇਟ ਨਿਕੋਬਾਰ ਦੇ ਇੰਦਰਾ ਪੁਆਇੰਟ ਤੇ ਕੁੱਲ ਭਾਰਤ ਦੇਸ਼ ਦਾ ਦੱਖਣੀ ਸੀਮਾ ਬਿੰਦੂ ਸਥਿਤ ਹੈ। ਇਨ੍ਹਾਂ ਤੋਂ ਇਲਾਵਾ ਨਾਰਕੋਡਮ, ਬੈਰਨ, ਰਟਲੈਂਡ ਅਤੇ 12 ਤੰਗ ਜਿਹੇ ਦੂਸਰੇ ਦੀਪ ਵੀ ਇਸ ਦੀਪ ਸਮੂਹ ਦੇ ਨਾਲ ਮਿਲਦੇ ਹਨ। ਇਸ ਤੋਂ ਬਾਅਦ ਬੱਚਿਓ, ਤੱਟ ਦੇ ਨੇੜਲੇ ਦੀਪਾਂ ਦੀ ਅਸੀਂ ਗੱਲ ਕਰਦੇ ਹਾਂ। ਇਨ੍ਹਾਂ ਦੀਪਾਂ ਵਿੱਚ ਗੰਗਾ ਦੇ ਡੈਲਟੇ ਦੇ ਪਾਸ ਸਾਗਰ, ਸ਼ਾਰਟ ਵੀਲਰ, ਨਿਊਮੋਰ ਆਦਿ ਦੇ ਦੀਪ ਮਿਲਦੇ ਹਨ। ਇਸੇ ਤਰ੍ਹਾਂ ਚਿਲਕਾ ਦੇ ਪਾਸ ਭਾਰਾ, ਤਾਮਿਲਨਾਡੂ ਦੇ ਦੱਖਣੀ ਤੱਟ ਤੇ ਪਾਂਬਨ, ਮੰਡਾਪਮ ਅਤੇ ਕੋਡਾਇਲ, ਮੁੰਬਈ ਦੇ ਪਾਸ ਐਲੀਫੈਂਟਾ ਅਤੇ ਗੁਜਰਾਤ ਦੇ ਤੱਟ ਦੇ ਪਾਸ ਦਿਊ ਜਿਹੇ ਵੱਡੇ ਆਕਾਰ ਦੇ ਦੀਪ ਸਥਿਤ ਹਨ। ਖੰਬਾਤ ਅਤੇ ਕੱਛ ਦੀਆਂ ਖਾੜੀਆਂ ਵਿੱਚ ਵੀ ਬਹੁਤ ਸਾਰੇ ਵੱਖੋ-ਵੱਖ ਆਕਾਰ ਦੇ ਦੀਪ ਬੱਚਿਓ ਮਿਲਦੇ ਹਨ। ਸੋ ਬੱਚਿਓ, ਅੱਜ ਦੇ ਇਸ ਸੈਸ਼ਨ ਵਿੱਚ ਅਸੀਂ ਧਰਾਤਲ ਦੇ ਕੁੱਲ 3 ਜੋ ਭਾਗ ਹਨ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ। ਅਸੀਂ ਸਭ ਤੋਂ ਪਹਿਲਾਂ ਪ੍ਰਾਇਦੀਪੀ ਪਠਾਰ ਨੂੰ ਪੜ੍ਹਿਆ ਹੈ, ਉਸ ਤੋਂ ਬਾਅਦ ਤੱਟ ਦੇ ਮੈਦਾਨਾਂ ਦੀ ਗੱਲ ਕੀਤੀ ਹੈ ਅਤੇ ਅਖੀਰ ਵਿੱਚ ਭਾਰਤੀ ਦੀਪ ਸਮੂਹਾਂ ਬਾਰੇ ਆਪਾਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਹਨ। ਸੋ ਬੱਚਿਓ, ਸਮਾਂ ਮੈਨੂੰ ਅੱਗੇ ਵਧਣ ਦੀ ਇਜਾਜ਼ਤ ਨਹੀਂ ਦਿੰਦਾ। ਮੈਂ ਆਪਣੀ ਬਾਣੀ ਨੂੰ ਇੱਥੇ ਹੀ ਵਿਰਾਮ ਕਰਦਾ ਹੋਇਆ ਆਪ ਸਭ ਦਾ ਧੰਨਵਾਦ ਕਰਦਾ ਹਾਂ। ਬਹੁਤ ਬਹੁਤ ਥੈਂਕ ਯੂ ਬੱਚਿਓ। ਸ਼ੁਕਰੀਆ ਬੱਚਿਓ। ਟੇਕ ਕੇਅਰ ਬੱਚਿਓ।